ਅਸੀਂ ਸਾਰੇ ਜਾਣਦੇ ਹਾਂ ਕਿ ਕੰਪਿਊਟਰ ਸਿਸਟਮ ਦੇ ਵਿੱਚ ਮਦਰਬੋਰਡ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ। ਇਸ ਵੀਡੀਓ ਦੇ ਵਿੱਚ ਅਸੀਂ ਮਦਰਬੋਰਡ ਦੇ ਬਲੌਕ ਡਾਇਗਰਾਮ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਆਪਾਂ ਦੇਖਾਂਗੇ ਕਿ ਮਦਰਬੋਰਡ ਦੇ ਵਿੱਚ ਕਿਹੜੇ-ਕਿਹੜੇ ਹਿੱਸੇ ਹੁੰਦੇ ਹਨ, ਮਦਰਬੋਰਡ ਨੂੰ ਕਿਹੜੇ-ਕਿਹੜੇ ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਅਤੇ ਮਦਰਬੋਰਡ ਕਿਸ ਤਰ੍ਹਾਂ ਕੰਮ ਕਰਦਾ ਹੈ। ਮਦਰਬੋਰਡ ਦਾ ਪਹਿਲਾ ਹਿੱਸਾ ਹੁੰਦਾ ਹੈ CPU ਦਾ ਪੂਰਾ ਨਾਮ ਹੁੰਦਾ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ। ਸੈਂਟਰਲ ਪ੍ਰੋਸੈਸਿੰਗ ਯੂਨਿਟ ਯਾਨੀ CPU ਕੰਪਿਊਟਰ ਦਾ ਦਿਮਾਗ ਹੁੰਦਾ ਹੈ। CPU ਦਾ ਮੁੱਖ ਕੰਮ ਹੁੰਦਾ ਹੈ ਅਰੈਥਮੈਟਿਕਲ ਆਪਰੇਸ਼ਨ ਪਰਫਾਰਮ ਕਰਨਾ, ਜਿਵੇਂ ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ, ਡਿਵੀਜ਼ਨ, ਮੋਡੂਲਸ ਆਪਰੇਸ਼ਨ। ਦਿੱਤੇ ਹੋਏ ਡਾਟੇ ਤੇ ਅਰੈਥਮੈਟਿਕਲ ਆਪਰੇਸ਼ਨ CPU ਦੁਆਰਾ ਪਰਫਾਰਮ ਕੀਤੇ ਜਾਂਦੇ ਹਨ। ਅਰੈਥਮੈਟਿਕਲ ਆਪਰੇਸ਼ਨ ਦੇ ਨਾਲ CPU ਲੌਜੀਕਲ ਆਪਰੇਸ਼ਨ, ਜਿਵੇਂ ਲੈਸ ਦੈਨ, ਗ੍ਰੇਟਰ ਦੈਨ, ਲੈਸ ਦੈਨ ਇਕੁਅਲ ਟੂ, ਗ੍ਰੇਟਰ ਦੈਨ ਇਕੁਅਲ ਟੂ, ਨਾਟ ਇਕੁਅਲ ਟੂ, ਡਾਟੇ ਨੂੰ ਮੂਵ ਕਰਨਾ ਅਤੇ ਹੋਰ ਕੰਮ। CPU ਸਿੱਧੇ ਤੌਰ ਤੇ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਸਥਾਪਿਤ ਨਹੀਂ ਕਰਦਾ। CPU ਨੂੰ ਬਾਹਰੀ ਦੁਨੀਆ ਨਾਲ ਸੰਪਰਕ ਸਥਾਪਿਤ ਕਰਨ ਲਈ ਪੈਰੀਫੇਰਲ ਡਿਵਾਈਸਿਸ ਯਾਨੀ ਇਨਪੁਟ ਆਉਟਪੁੱਟ ਡਿਵਾਈਸਿਸ ਦੀ ਲੋੜ ਪੈਂਦੀ ਹੈ। ਇਨਪੁਟ ਆਉਟਪੁੱਟ ਡਿਵਾਈਸਿਸ ਰਾਹੀਂ ਹੀ ਯੂਜ਼ਰ ਦੀ ਗੱਲ ਨੂੰ CPU ਸੁਣਦਾ ਹੈ ਅਤੇ ਉਸ ਮੁਤਾਬਿਕ ਪ੍ਰੋਸੈਸਿੰਗ ਤੋਂ ਬਾਅਦ ਰਿਜ਼ਲਟ ਜਿਹੜਾ ਹੈ ਆਉਟਪੁੱਟ ਡਿਵਾਈਸ ਰਾਹੀਂ ਹੀ ਦਿੰਦਾ ਹੈ। ਤਾਂ ਜਿੰਨੀਆਂ ਵੀ ਪੈਰੀਫੇਰਲ ਡਿਵਾਈਸਿਸ ਹਨ ਉਹ CPU ਨਾਲ ਜੁੜਦੀਆਂ ਹਨ। ਕਲੌਕ ਜਨਰੇਟਰ ਮਦਰਬੋਰਡ ਦਾ ਦੂਸਰਾ ਮਹੱਤਵਪੂਰਨ ਹਿੱਸਾ ਹੁੰਦਾ ਹੈ। ਕਲੌਕ ਜਨਰੇਟਰ ਇੱਕ ਪਲਸ ਸਿਗਨਲ ਜਨਰੇਟ ਕਰਦਾ ਹੈ। ਇਸ ਪਲਸ ਸਿਗਨਲ ਦਾ ਮੁੱਖ ਕੰਮ ਹੁੰਦਾ ਹੈ CPU ਦੇ ਦੂਸਰੇ ਮਹੱਤਵਪੂਰਨ ਡਿਵਾਈਸਿਸ ਜਿਵੇਂ RAM ਜਾਂ ਪ੍ਰੋਸੈਸਰ ਜਾਂ ਹੋਰ ਡਿਵਾਈਸਿਸ ਜਿਹੜੀਆਂ CPU ਨਾਲ ਜੁੜੀਆਂ ਹੋਈਆਂ ਹਨ ਉਹਨਾਂ ਦੇ ਵਿੱਚ ਤਾਲਮੇਲ ਬਣਾਉਣਾ ਹੁੰਦਾ ਹੈ। ਭਾਵ ਕਿਸੇ ਪ੍ਰੋਸੈਸ ਨੂੰ ਪੂਰਾ ਕਰਨ ਲਈ, ਕਿਸੇ ਕੰਮ ਨੂੰ ਪੂਰਾ ਕਰਨ ਲਈ CPU ਦਾ ਜਿਹੜਾ ਟਾਈਮ ਹੈ, ਜਿਹੜਾ ਸਮਾਂ ਚਾਹੀਦਾ ਹੁੰਦਾ ਹੈ ਪ੍ਰੋਸੈਸਰ ਦਾ, ਉਹ ਕਿਸੇ ਪ੍ਰੋਸੈਸ ਨੂੰ ਕਿਵੇਂ ਮਿਲੇਗਾ ਉਹ ਕਲੌਕ ਜਨਰੇਟਰ ਦੁਆਰਾ ਤੈਅ ਕੀਤਾ ਜਾਂਦਾ ਹੈ। ਕਿਸੇ ਪ੍ਰੋਸੈਸ ਨੂੰ ਮੈਮਰੀ ਕਿੰਨੀ ਚਾਹੀਦੀ ਹੈ, ਕਿਸੇ ਪ੍ਰੋਸੈਸ ਨੂੰ ਡਿਵਾਈਸਿਸ ਦੀ ਕਿੰਨੀ ਲੋੜ ਹੈ, ਕਿਹੜਾ ਕੰਮ ਕਿੰਨੇ ਸਮੇਂ ਦੇ ਵਿੱਚ ਪੂਰਾ ਕੀਤਾ ਜਾਏਗਾ, ਕਿੰਨੀ ਸਪੀਡ ਨਾਲ ਪੂਰਾ ਕੀਤਾ ਜਾਏਗਾ, ਕਿਸੇ ਪ੍ਰੋਸੈਸ ਦੀ ਜਿਹੜੀ ਪ੍ਰਾਇਓਰਟੀ ਹੈ ਉਹ ਕਲੌਕ ਜਨਰੇਟਰ ਦੁਆਰਾ ਸੈੱਟ ਕੀਤੀ ਜਾਂਦੀ ਹੈ। ਤਾਂ ਕਲੌਕ ਜਨਰੇਟਰ ਮਦਰਬੋਰਡ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦਾ ਹੈ ਜਿਹੜਾ ਸਾਰੀਆਂ ਡਿਵਾਈਸਿਸ ਦੇ ਵਿੱਚ ਸਿੰਕਰੋਨਾਈਜੇਸ਼ਨ ਪੈਦਾ ਕਰਦਾ ਹੈ। ਆਮ ਸ਼ਬਦਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਕਲੌਕ ਜਨਰੇਟਰ ਦਾ ਮੁੱਖ ਕੰਮ ਹੁੰਦਾ ਹੈ ਸਿੰਕਰੋਨਾਈਜੇਸ਼ਨ ਯਾਨੀ ਕਿ ਤਾਲਮੇਲ ਬਣਾਉਣਾ। ਇੱਕ ਪ੍ਰੋਸੈਸ ਨੂੰ ਪੂਰਾ ਕਰਨ ਲਈ ਕਿਹੜੀਆਂ ਡਿਵਾਈਸਿਸ ਦੀ ਲੋੜ ਹੈ, ਕਿਹੜੀ ਇਨਪੁਟ ਡਿਵਾਈਸ ਚਾਹੀਦੀ ਹੈ, ਕਿਹੜੀ ਆਉਟਪੁੱਟ ਡਿਵਾਈਸ ਚਾਹੀਦੀ ਹੈ, CPU ਦਾ ਸਮਾਂ ਇੱਕ ਪ੍ਰੋਸੈਸ ਨੂੰ ਕਿੰਨਾ ਚਾਹੀਦਾ ਹੈ, ਕਿਹੜੇ ਸਮੇਂ ਦੇ ਵਿੱਚ ਕਿਹੜਾ ਕੰਮ ਪੂਰਾ ਕੀਤਾ ਜਾਣਾ ਹੈ, ਇਹ ਸਾਰਾ ਤਾਲਮੇਲ ਕਲੌਕ ਜਨਰੇਟਰ ਦੁਆਰਾ ਬਣਾਇਆ ਜਾਂਦਾ ਹੈ। ਮਦਰਬੋਰਡ ਦਾ ਤੀਸਰਾ ਮਹੱਤਵਪੂਰਨ ਹਿੱਸਾ ਹੁੰਦਾ ਹੈ ਬੱਸ ਜਾਂ ਬੱਸ ਬਾਰ। ਬੱਸ ਦਾ ਮੁੱਖ ਉਦੇਸ਼ ਹੁੰਦਾ ਹੈ ਮਦਰਬੋਰਡ ਦੇ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਤੱਕ ਡਾਟਾ ਟਰਾਂਸਮਿਟ ਕਰਨਾ ਜਾਂ ਕੰਟਰੋਲ ਸਿਗਨਲ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਪਹੁੰਚਾਉਣਾ ਹੁੰਦਾ ਹੈ। ਆਮ ਤੌਰ ਤੇ ਜੇਕਰ ਅਸੀਂ ਮਾਈਕਰੋ ਪ੍ਰੋਸੈਸਰ ਦੀ ਗੱਲ ਕਰੀਏ ਜਾਂ ਕੰਪਿਊਟਰ ਸਿਸਟਮ ਦੀ ਗੱਲ ਕਰੀਏ ਤਾਂ ਸਾਡੇ ਕੋਲ 3 ਪ੍ਰਕਾਰ ਦੀਆਂ ਬੱਸਿਸ ਹੁੰਦੀਆਂ ਹਨ: ਡਾਟਾ ਬੱਸ, ਐਡਰੈਸ ਬੱਸ ਅਤੇ ਕੰਟਰੋਲ ਬੱਸ। ਡਾਟਾ ਟਰਾਂਸਮਿਟ ਕਰਨ ਲਈ ਡਾਟਾ ਬੱਸ ਦੀ ਵਰਤੋਂ ਹੁੰਦੀ ਹੈ। ਅਗਰ ਮੈਮਰੀ ਐਡਰੈਸਿਸ ਦੀ ਜਾਣਕਾਰੀ ਲੈਣੀ ਹੈ, ਮੈਮਰੀ ਲੋਕੇਸ਼ਨ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਟਰਾਂਸਮਿਟ ਕਰਨਾ ਹੈ ਯਾਨੀ ਕਿ ਮੈਮਰੀ ਐਡਰੈਸ ਦੱਸਣਾ ਹੈ ਤਾਂ ਐਡਰੈਸ ਬੱਸ ਦੀ ਵਰਤੋਂ ਹੁੰਦੀ ਹੈ। ਅਗਰ ਕੋਈ ਕੰਟਰੋਲ ਸਿਗਨਲ ਜਨਰੇਟ ਕਰਨਾ ਹੈ, ਰੀਡ ਰਾਈਟ ਆਪਰੇਸ਼ਨ ਕਦੋਂ ਪਰਫਾਰਮ ਹੋਣਾ ਹੈ, ਕਿਵੇਂ ਪਰਫਾਰਮ ਹੋਣਾ ਹੈ, ਉਸ ਸਮੇਂ ਕੰਟਰੋਲ ਬੱਸ ਦੀ ਵਰਤੋਂ ਹੁੰਦੀ ਹੈ। ਤਾਂ ਬੱਸ ਦਾ ਮੁੱਖ ਉਦੇਸ਼ ਮਦਰਬੋਰਡ ਦੇ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਦੇ ਵਿੱਚ ਡਾਟਾ ਟਰਾਂਸਮਿਟ ਕਰਨਾ ਜਾਂ ਕੰਟਰੋਲ ਸਿਗਨਲ ਨੂੰ ਪਹੁੰਚਾਉਣਾ ਹੁੰਦਾ ਹੈ। ਆਮ ਤੌਰ ਤੇ ਸਾਡੇ ਕੋਲੇ 3 ਪ੍ਰਕਾਰ ਦੀਆਂ ਬੱਸਿਸ ਐਡਰੈਸ ਬੱਸ, ਡਾਟਾ ਬੱਸ ਅਤੇ ਕੰਟਰੋਲ ਬੱਸ ਹੁੰਦੀਆਂ ਹਨ। ਬੱਸ ਦਾ ਮੁੱਖ ਉਦੇਸ਼ ਇੱਕ ਰਸਤਾ ਬਣਾਉਣਾ ਹੁੰਦਾ ਹੈ ਜਿਸ ਦੀ ਸਹਾਇਤਾ ਨਾਲ ਡਾਟਾ ਅਤੇ ਕੰਟਰੋਲ ਸਿਗਨਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਆਸਾਨੀ ਨਾਲ ਪਹੁੰਚਦੇ ਹਨ। ਮਦਰਬੋਰਡ ਦਾ ਅਗਲਾ ਮਹੱਤਵਪੂਰਨ ਹਿੱਸਾ ਹੁੰਦਾ ਹੈ ਚਿਪਸੈਟ। ਜਿਵੇਂ ਕਿ ਅਸੀਂ ਜਾਣਦੇ ਹਾਂ ਜਾਂ ਅਸੀਂ ਦੇਖਿਆ ਹੋਣਾ ਹੈ, ਮਦਰਬੋਰਡ ਦੇ ਉੱਪਰ ਬਹੁਤ ਸਾਰੇ ਇੰਟੀਗ੍ਰੇਟਡ ਸਰਕਟ ਲੱਗੇ ਹੁੰਦੇ ਹਨ। ਇਹ ਸਾਰੇ ਇੰਟੀਗ੍ਰੇਟਡ ਸਰਕਟ ਮਿਲ ਕੇ ਹੀ ਚਿਪਸੈਟ ਬਣਾਉਂਦੇ ਹਨ। ਇਸ ਚਿਪਸੈਟ ਦਾ ਮੁੱਖ ਉਦੇਸ਼ ਹੁੰਦਾ ਹੈ ਪ੍ਰੋਸੈਸਰ ਤੋਂ ਲੈ ਕੇ ਮਦਰਬੋਰਡ ਦੇ ਅਲੱਗ-ਅਲੱਗ ਕੰਪੋਨੈਂਟਸ ਤੱਕ ਡਾਟੇ ਨੂੰ ਟਰਾਂਸਮਿਟ ਕਰਨਾ, ਯਾਨੀ ਸਿਗਨਲ ਨੂੰ ਇੱਕ
ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਤੱਕ ਪਹੁੰਚਾਉਣਾ। ਮਦਰਬੋਰਡ ਦੇ ਵਿੱਚ ਵੱਖਰੀਆਂ ਡਿਵਾਈਸਿਸ ਜੁੜੀਆਂ ਹੁੰਦੀਆਂ ਹਨ, ਵੱਖਰੇ ਕੰਪੋਨੈਂਟ ਜੁੜੇ ਹੁੰਦੇ ਹਨ। ਹਰੇਕ ਕੰਪੋਨੈਂਟ ਤੱਕ ਸਿਗਨਲ ਨੂੰ ਪਹੁੰਚਾਉਣਾ ਚਿਪਸੈਟ ਦਾ ਮੁੱਖ ਕੰਮ ਹੁੰਦਾ ਹੈ। ਆਮ ਤੌਰ ਤੇ ਨਾਰਥ ਬ੍ਰਿਜ ਅਤੇ ਸਾਊਥ ਬ੍ਰਿਜ ਜਿਹੜੇ ਦੋ ਹਿੱਸੇ ਹੁੰਦੇ ਹਨ ਮਦਰਬੋਰਡ ਦੇ, ਉਹ ਮਿਲ ਕੇ ਚਿਪਸੈਟ ਨੂੰ ਬਣਾਉਂਦੇ ਹਨ। ਚਿਪਸੈਟ ਦਾ ਮੁੱਖ ਉਦੇਸ਼ ਹੁੰਦਾ ਹੈ ਡਾਟਾ ਟਰਾਂਸਮਿਟ ਕਰਨਾ ਪ੍ਰੋਸੈਸਰ ਤੋਂ ਮਦਰਬੋਰਡ ਦੇ ਵੱਖ-ਵੱਖ ਹਿੱਸਿਆਂ ਤੱਕ। ਮਦਰਬੋਰਡ ਦਾ ਅਗਲਾ ਮਹੱਤਵਪੂਰਨ ਹਿੱਸਾ ਹੁੰਦਾ ਹੈ ਨਾਰਥ ਬ੍ਰਿਜ ਅਤੇ ਸਾਊਥ ਬ੍ਰਿਜ। ਨਾਰਥ ਬ੍ਰਿਜ ਅਤੇ ਸਾਊਥ ਬ੍ਰਿਜ ਦੋਵੇਂ ਮਿਲ ਕੇ ਹੀ ਚਿਪਸੈਟ ਨੂੰ ਬਣਾਉਂਦੇ ਹਨ। ਨਾਰਥ ਬ੍ਰਿਜ ਦਾ ਮੁੱਖ ਕੰਮ ਕੰਪਿਊਟਰ ਦੀ ਮੈਮਰੀ ਯੂਨਿਟ ਨੂੰ ਕੰਟਰੋਲ ਕਰਨਾ ਹੁੰਦਾ ਹੈ। ਨਾਰਥ ਬ੍ਰਿਜ ਦਾ ਮੁੱਖ ਉਦੇਸ਼ ਮੈਮਰੀ ਨੂੰ ਕੰਟਰੋਲ ਕਰਨਾ ਹੁੰਦਾ ਹੈ। ਮੈਮਰੀ ਦੇ ਵਿੱਚ ਸਾਡੇ ਕੋਲੇ ਗ੍ਰਾਫਿਕ ਪੋਰਟ ਹੁੰਦੀ ਹੈ, ਰੈਮ ਹੁੰਦੀ ਹੈ ਅਤੇ ਪ੍ਰੋਸੈਸਰ ਵੀ ਆਉਂਦਾ ਹੈ। ਤਾਂ ਮੈਮਰੀ ਨੂੰ ਓਵਰਆਲ ਕੰਟਰੋਲ ਜਿਹੜਾ ਹੈ ਉਹ ਨਾਰਥ ਬ੍ਰਿਜ ਦੁਆਰਾ ਕੀਤਾ ਜਾਂਦਾ ਹੈ। ਦੂਸਰੇ ਪਾਸੇ ਸਾਊਥ ਬ੍ਰਿਜ ਦਾ ਮੁੱਖ ਕੰਮ ਹੁੰਦਾ ਹੈ ਇਨਪੁਟ ਆਊਟਪੁੱਟ ਡਿਵਾਈਸਿਸ ਨੂੰ ਕੰਟਰੋਲ ਕਰਨਾ, USB ਪੋਰਟਸ ਨੂੰ ਕੰਟਰੋਲ ਕਰਨਾ, ਇੰਟੀਗ੍ਰੇਟਿਡ ਡਿਵੈਲਪਮੈਂਟ ਐਨਵਾਇਰਨਮੈਂਟ ਬਣਾਉਣਾ, ਹਾਰਡ ਡਿਸਕ ਆਦਿ ਨੂੰ ਕੰਟਰੋਲ ਕਰਨਾ, ਇੰਟਰਨੈਟ ਪੋਰਟ ਨੂੰ ਕੰਟਰੋਲ ਕਰਨਾ ਅਤੇ ਆਡੀਓ ਡਿਵਾਈਸਿਸ ਨੂੰ ਕੰਟਰੋਲ ਕਰਨਾ। ਜੇਕਰ ਮੈਂ ਸੌਖੇ ਸ਼ਬਦਾਂ ਦੇ ਵਿੱਚ ਗੱਲ ਕਰਾਂ ਤਾਂ ਨਾਰਥ ਬ੍ਰਿਜ ਦਾ ਕੰਮ ਮੈਮਰੀ ਯੂਨਿਟ ਨੂੰ ਕੰਟਰੋਲ ਕਰਨਾ ਹੁੰਦਾ ਹੈ ਅਤੇ ਸਾਊਥ ਬ੍ਰਿਜ ਦਾ ਕੰਮ ਇਨਪੁਟ ਆਊਟਪੁੱਟ ਡਿਵਾਈਸਿਸ ਨੂੰ ਕੰਟਰੋਲ ਕਰਨਾ, ਆਡੀਓ ਡਿਵਾਈਸਿਸ ਨੂੰ ਕੰਟਰੋਲ ਕਰਨਾ ਅਤੇ ਈਥਰਨੈਟ ਪੋਰਟ ਆਦਿ ਨੂੰ ਕੰਟਰੋਲ ਕਰਨਾ ਹੁੰਦਾ ਹੈ। ਮਦਰਬੋਰਡ ਦਾ ਅਗਲਾ ਮਹੱਤਵਪੂਰਨ ਹਿੱਸਾ ਹੁੰਦਾ ਹੈ ਸਲੋਟਸ। ਮਦਰਬੋਰਡ ਦੇ ਉੱਪਰ ਐਡੀਸ਼ਨਲ ਸਲੋਟ ਬਣੇ ਹੁੰਦੇ ਹਨ। ਇਨ੍ਹਾਂ ਸਲੋਟਸ ਦੇ ਵਿੱਚ ਅਸੀਂ ਵੱਖਰੀਆਂ ਡਿਵਾਈਸਿਸ ਜਿਹੜੀਆਂ ਹੈ ਉਹ ਕਨੈਕਟ ਕਰ ਸਕਦੇ ਹਾਂ। ਸਲੋਟਸ ਦੇ ਵਿੱਚ ਸਾਡੇ ਕੋਲੇ ਹੁੰਦਾ ਹੈ ਮੈਮਰੀ ਸਲੋਟ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਅਸੀਂ ਰੈਮ ਨੂੰ ਇਨਸਰਟ ਕਰਦੇ ਹਾਂ। ਅਸੀਂ ਇਹਨਾਂ ਸਲੋਟਸ ਦੇ ਵਿੱਚ ਗ੍ਰਾਫਿਕਲ ਕਾਰਡ ਨੂੰ ਇਨਸਰਟ ਕਰ ਸਕਦੇ ਹਾਂ, ਨੈਟਵਰਕ ਕਾਰਡ ਇਨਸਰਟ ਕਰ ਸਕਦੇ ਹਾਂ, ਐਡੀਸ਼ਨਲ ਪੈਰੀਫੇਰਲ ਡਿਵਾਈਸਿਸ ਸਾਨੂੰ ਚਾਹੀਦੀਆਂ ਹਨ ਉਹ ਇਨਸਰਟ ਕਰ ਸਕਦੇ ਹਾਂ। ਅਗਰ ਸਾਡੇ ਕੋਲੇ ਆਡੀਓ ਦਾ ਵਧੀਆ ਫੀਚਰ ਅਵੇਲੇਬਲ ਨਹੀਂ ਹੈ ਤਾਂ ਅਸੀਂ ਐਕਸਟਰਾ ਆਡੀਓ ਕਾਰਡ ਇਨਸਰਟ ਕਰ ਸਕਦੇ ਹਾਂ। ਅਸੀਂ ਗੇਮ ਵਗੈਰਾ ਦਾ ਆਨੰਦ ਮਾਣਨਾ ਚਾਹੁੰਦੇ ਹਾਂ ਤਾਂ ਅਸੀਂ ਗੇਮ ਕਾਰਡ ਜਿਹੜੇ ਹੈ ਉਹ ਇਨਸਰਟ ਕਰ ਸਕਦੇ ਹਾਂ। ਇਹ ਐਡੀਸ਼ਨਲ ਸਲੋਟ ਜਿਹੜੇ ਹੁੰਦੇ ਹਨ ਸਾਡੇ ਕੰਪਿਊਟਰ ਸਿਸਟਮ ਨਾਲ ਐਕਸਟਰਾ ਫੀਚਰ ਜਿਹੜਾ ਹੈ ਉਹ ਜੋੜਦੇ ਹਨ। ਤਾਂ ਸਲੋਟਸ ਦਾ ਮੁੱਖ ਉਦੇਸ਼ ਹੁੰਦਾ ਹੈ ਪੈਰੀਫੇਰਲ ਡਿਵਾਈਸਿਸ ਨੂੰ ਮਦਰਬੋਰਡ ਨਾਲ ਜੋੜਨਾ, ਮੈਮਰੀ ਨੂੰ ਮਦਰਬੋਰਡ ਨਾਲ ਜੋੜਨਾ। ਅਸੀਂ ਐਕਸਟਰਾ ਮੈਮਰੀ ਕਾਰਡ ਇਨਸਰਟ ਕਰਨਾ ਚਾਹੁੰਦੇ ਹਾਂ ਤਾਂ ਉਹ ਇਹਨਾਂ ਸਲੋਟਸ ਦੇ ਵਿੱਚ ਅਸੀਂ ਜੋੜ ਸਕਦੇ ਹਾਂ। ਤਾਂ ਜਿਹੜੇ ਸਲੋਟ ਹੁੰਦੇ ਹਨ ਉਹ ਮਦਰਬੋਰਡ ਦਾ ਮਹੱਤਵਪੂਰਨ ਹਿੱਸਾ ਹੁੰਦੇ ਹਨ। ਮਦਰਬੋਰਡ ਦਾ ਅਗਲਾ ਮਹੱਤਵਪੂਰਨ ਹਿੱਸਾ ਹੁੰਦਾ ਹੈ ਰੈਮ, ਯਾਨੀ ਕਿ ਰੈਂਡਮ ਐਕਸੈਸ ਮੈਮਰੀ ਅਤੇ ਰੋਮ ਰੀਡ ਓਨਲੀ ਮੈਮਰੀ। ਰੈਮ ਜਿਹੜੀ ਹੈ ਇਹ ਮੇਨ ਮੈਮਰੀ ਹੁੰਦੀ ਹੈ। ਇਹ ਨੇਚਰ ਵਾਈਜ਼ ਟੈਂਪਰਰੀ ਮੈਮਰੀ ਹੁੰਦੀ ਹੈ। ਜਿੰਨੀ ਵੀ ਪ੍ਰੋਸੈਸਿੰਗ ਹੁੰਦੀ ਹੈ ਉਹ ਰੈਮ ਦੇ ਅੰਦਰ ਹੁੰਦੀ ਹੈ। ਜਿੱਥੇ ਵੀ ਕੋਈ ਵੀ ਕੰਮ CPU ਨੇ ਪਰਫਾਰਮ ਕਰਨਾ ਹੈ ਸਭ ਤੋਂ ਪਹਿਲਾਂ ਉਹ ਡਾਟਾ ਮੇਨ ਮੈਮਰੀ ਦੇ ਵਿੱਚ ਇਨਸਰਟ ਕੀਤਾ ਜਾਂਦਾ ਹੈ। ਉੱਥੇ ਹੀ ਸਾਰੀ ਕੈਲਕੂਲੇਸ਼ਨ ਹੁੰਦੀ ਹੈ, ਉੱਥੋਂ ਹੀ ਡਾਟਾ ਜਿਹੜਾ ਹੈ ਉਹ ਆਊਟਪੁੱਟ ਡਿਵਾਈਸ ਤੱਕ ਪਹੁੰਚਦਾ ਹੈ ਅਤੇ ਰਿਜ਼ਲਟ ਸਾਡੇ ਸਾਹਮਣੇ ਆਉਂਦਾ ਹੈ। ਰੈਮ ਵੋਲਾਟਾਈਲ ਹੁੰਦੀ ਹੈ। ਕੰਪਿਊਟਰ ਸਵਿਚ ਆਫ ਹੋਣ ਤੋਂ ਬਾਅਦ ਇਸ ਦੇ ਕੰਟੈਂਟ ਜਿਹੜੇ ਆ ਉਹ ਖਤਮ ਹੋ ਜਾਂਦੇ ਹਨ। ਤਾਂ ਪ੍ਰੋਸੈਸਿੰਗ ਜਿੰਨੀ ਵੀ ਹੁੰਦੀ ਹੈ ਕੰਪਿਊਟਰ ਸਿਸਟਮ ਦੁਆਰਾ ਉਹ ਰੈਮ ਦੇ ਵਿੱਚ ਕੀਤੀ ਜਾਂਦੀ ਹੈ। ਇਨਪੁਟ ਡਿਵਾਈਸ ਦੇ ਦੁਆਰਾ ਜੋ ਵੀ ਡਾਟਾ ਦਾਖਲ ਕੀਤਾ ਜਾਂਦਾ ਹੈ ਉਹ ਸਭ ਤੋਂ ਪਹਿਲਾਂ ਰੈਮ ਦੇ ਵਿੱਚ ਜਾਂਦਾ ਹੈ। ਰੈਮ ਤੋਂ ਪ੍ਰੋਸੈਸ ਹੋਣ ਤੋਂ ਬਾਅਦ ਉਹ ਡਾਟਾ ਸੈਕੰਡਰੀ ਸਟੋਰੇਜ ਡਿਵਾਈਸ ਤੱਕ ਜਾ ਸਕਦਾ ਹੈ ਜਾਂ ਰਿਜ਼ਲਟ ਦੇ ਲਈ ਆਊਟਪੁੱਟ ਡਿਵਾਈਸ ਤੱਕ ਜਾ ਸਕਦਾ ਹੈ। ਦੂਸਰੇ ਪਾਸੇ ਸਾਡੇ ਕੋਲੇ ਹੁੰਦੀ ਹੈ ਰੋਮ ਰੀਡ ਓਨਲੀ ਮੈਮਰੀ। ਰੋਮ ਦੇ ਵਿੱਚ ਸਾਡੇ ਕੋਲੇ ਸਪੈਸ਼ਲ ਸੌਫਟਵੇਅਰ ਹੁੰਦੇ ਹਨ ਜਿਹੜੇ ਬੂਟਅਪ ਦੇ ਲਈ, ਬੂਟਿੰਗ ਦੇ ਲਈ ਜ਼ਰੂਰੀ ਹੁੰਦੇ ਹਨ। ਜਦੋਂ ਕੰਪਿਊਟਰ ਨੂੰ ਸਟਾਰਟ ਕੀਤਾ ਜਾਂਦਾ ਉਸ ਸਮੇਂ ਜ਼ਰੂਰੀ ਹੁੰਦੇ ਹਨ। ਇਹਦੇ ਵਿੱਚ ਸਾਡੇ ਕੋਲੇ ਬਾਇਓਸ ਆ ਜਾਂਦਾ ਹੈ, ਬੇਸਿਕ ਇਨਪੁਟ ਆਊਟਪੁੱਟ ਸਿਸਟਮ, ਫਰਮਵੇਅਰ ਆ ਜਾਂਦੇ ਹਨ, ਫਰਮਵੇਅਰ ਸੌਫਟਵੇਅਰ ਆ ਜਾਂਦੇ ਹਨ ਜਿਹੜੇ ਕਿ ਕੰਪਿਊਟਰ ਨੂੰ ਚਲਾਉਣ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਜਦੋਂ ਅਸੀਂ ਬੂਟ ਪ੍ਰੋਸੈਸ ਪਰਫਾਰਮ ਕਰਦੇ ਹਾਂ, ਯਾਨੀ ਜਦੋਂ ਬੂਟ ਆਪਰੇਸ਼ਨ ਪਰਫਾਰਮ ਹੁੰਦਾ ਹੈ ਤਾਂ ਹਾਰਡਵੇਅਰ ਨੂੰ ਕੁਝ ਸਪੈਸ਼ਲ ਸੌਫਟਵੇਅਰ ਚਾਹੀਦੇ ਹੁੰਦੇ ਹਨ ਜਿਹੜੇ ਕਿ ਰੋਮ ਦੇ ਵਿੱਚ ਲਿਖੇ ਜਾਂਦੇ ਹਨ। ਇੱਕ ਵਾਰੀ ਰੋਮ ਦੇ ਵਿੱਚ ਲਿਖਿਆ ਗਿਆ ਕੰਟੈਂਟ ਵਾਸ਼ ਆਊਟ ਨਹੀਂ ਹੁੰਦਾ, ਉਹ ਬਣਿਆ ਰਹਿੰਦਾ ਹੈ। ਤਾਂ ਰੋਮ ਦੇ ਵਿੱਚ ਸਪੈਸ਼ਲ ਸੌਫਟਵੇਅਰ, ਸਿਸਟਮ ਸੌਫਟਵੇਅਰ ਹੁੰਦੇ ਹਨ ਜਿਹੜੇ ਕਿ ਕੰਪਿਊਟਰ ਨੂੰ ਚਲਾਉਣ ਲਈ ਬਹੁਤ ਜ਼ਰੂਰੀ ਹੁੰਦੇ ਹਨ, ਰੱਖੇ ਜਾਂਦੇ ਹਨ। ਤਾਂ ਰੈਮ ਜਿਹੜੀ ਹੈ ਉਹ ਟੈਂਪਰਰੀ ਮੈਮਰੀ ਹੁੰਦੀ ਹੈ। ਦੂਸਰੇ ਪਾਸੇ ਰੋਮ ਜਿਹੜੀ ਹੈ ਉਹ ਪਰਮਾਨੈਂਟ ਮੈਮਰੀ ਹੁੰਦੀ ਹੈ। ਇਸ ਤਰ੍ਹਾਂ ਨਾਲ ਅਸੀਂ ਇਸ ਵੀਡੀਓ ਦੇ ਵਿੱਚ ਮਦਰਬੋਰਡ ਦਾ ਪੂਰਾ ਬਲੌਕ ਡਾਇਗਰਾਮ ਡਿਸਕਸ ਕੀਤਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕੰਟੈਂਟ ਚੰਗਾ ਲੱਗਿਆ ਹੋਵੇਗਾ।